ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਸਾਰੇ ਕਾਰਜਾਂ ਦੇ ਕਰਨ ਵਾਲਾ ਇੱਕ ਪ੍ਰਭੂ ਹਰੀ ਵਾਹਿਗੁਰੂ ਆਪ ਹੀ ਹੈ। ਦੂਸਰ ਕਹੀਏ ਦੂਜਾ ਹੋਰ ਕੋਈ ਨਹੀਂ ਹੈ। ਸਾਰੇ ਪ੍ਰਪੰਚ ਦੇ ਮਹੀ ਤੱਤ ਆਦਿ ਕਾਰਨਾਂ ਨੂੰ ਕਰਨ ਵਾਲਾ ਇੱਕ ਹਰੀ ਵਾਹਿਗੁਰੂ ਆਪ ਹੀ ਹੈ, ਹੋਰ ਦੂਸਰਾ ਕੋਈ ਨਹੀਂ ਹੈ। ਨਾਨਕ ਤਿਸ ਬਲਹਾਰਣੈ, ਜਲ ਥਲ ਮਹੀਅਲ ਸੋਇ। ਸਤਿਗੁਰੂ ਜੀ ਕਥਨ ਕਰਦੇ ਹਨ। 11ਵੀਂ ਅਸ਼ਟਪਦੀ ਦੇ 11ਵੇਂ ਹੀ ਸ਼ਲੋਕ ਦੇ ਵਿੱਚ ਕਿਰਪਾ ਕਰ ਰਹੇ ਹਨ। 11ਵੀਂ ਅਸ਼ਟਪਦੀ ਭਾਵ ਪ੍ਰਾਰੰਭ ਕਰਦੇ ਹਨ, ਕਿਉਂਕਿ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ। ਲੜੀਵਾਰ ਵਿਚਾਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ 24 ਸ਼ਲੋਕ ਹਨ, 24 ਅਸ਼ਟਪਦੀਆਂ ਹਨ ਅਤੇ 24,000 ਅੱਖਰ ਹੈ। ਇਹ ਵਿਸ਼ੇਸ਼ਤਾਈ ਹੈ ਅਤੇ 24,000 ਹੀ ਸਾਡੇ ਸਵਾਸ ਹਨ। ਸੋ ਸਤਿਗੁਰੂ ਕਿਰਪਾ ਕਰ ਰਹੇ ਹਨ ਕਿ ਉਸ ਵਾਹਿਗੁਰੂ ਤੋਂ ਬਲਹਾਰਣ ਹੈ, ਬਲਹਾਰ ਕੁਰਬਾਨ ਜਾਈਏ, ਕਿਉਂਕਿ ਉਹ ਹੀ ਜਲ ਤਰਲ ਥਾਵਾਂ 'ਤੇ, ਉਹ ਹੀ ਥਲ ਖੁਸ਼ਕ ਥਾਵਾਂ ਮਹੀਅਲ ਵਿੱਚ ਵਿਆਪਕ ਹੈ। ਅਸ਼ਟਪਦੀ। ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ। ਆਦਿ ਵਿੱਚ ਪ੍ਰਪੰਚ ਦੀ ਰਚਨਾ ਕਰਨ 'ਤੇ ਬ੍ਰਹਮਾ ਆਦਿਕਾਂ ਤੋਂ ਕਰਾਉਣ ਵਾਲਾ ਉਹ ਪਰਮੇਸ਼ਰ ਆਪ ਹੀ ਸੀ। ਹੁਣ ਵੀ ਸਭ ਕੁਝ ਕਰਨੇ ਨੂੰ ਉਹ ਆਪ ਹੀ ਯੋਗ ਲਾਇਕ ਸਮਰੱਥ ਹੈ। ਜਿਵੇਂ ਘੜੇ ਨੂੰ ਬਣਾਉਣ ਦੇ 2 ਉਪਾਦਾਨ ਅਤੇ ਨਿਮਿੱਤ ਕਾਰਨ ਹੁੰਦੇ ਆ। ਉਪਾਦਾਨ ਕਾਰਨ ਮਿੱਟੀ ਹੁੰਦੀ ਹੈ ਅਤੇ ਨਿਮਿੱਤ ਕਾਰਨ ਘੁਮਿਆਰ, ਚੱਕ, ਡੰਡਾ ਹੁੰਦੇ ਹਨ। ਇਸੇ ਪ੍ਰਕਾਰ ਉਸ ਪਰਮੇਸ਼ਰ ਨੇ ਰਜੋ ਗੁਣ, ਤਮੋ ਅਤੇ ਸਤੋ ਗੁਣ ਤੋਂ ਸੰਸਾਰ ਨੂੰ ਪੈਦਾ ਕੀਤਾ ਹੈ। ਭਾਵ ਰਜੋ ਗੁਣ ਬ੍ਰਹਮਾ, ਤਮੋ ਗੁਣ ਸ਼ਿਵ ਜੀ ਅਤੇ ਸਤੋ ਗੁਣ ਵਿਸ਼ਨੂੰ ਆਦਿ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਹੀ ਹੈ। ਬ੍ਰਹਮਾ ਆਦਿਕ ਦੇਵਤਿਆਂ ਨੂੰ ਪ੍ਰੇਰ ਕੇ ਜਗਤ ਨੂੰ ਉਤਪਤ ਕਰਨਾ ਅਤੇ ਫਿਰ ਪਾਲਣਾ ਕਰਨੀ ਅਤੇ ਫਿਰ ਲੈਤਾ ਕਰਨਾ, ਇਹਨਾਂ ਸਾਰੇ ਕਾਰਨਾਂ ਨੂੰ ਆਪ ਹੀ ਕਰਾਉਣੇ ਦੇ ਯੋਗ ਹੈ। ਜਿੰਨੇ ਵੀ ਕਾਰਨ ਹਿਰਨ ਗਰਭ, ਅਭਿਆਕ੍ਰਿਤ, ਤੇਜਸਵ, ਵਿਸ਼ਵ ਆਦਿ ਜੀਵ ਜੋ ਮੰਨੇ ਹਨ, ਇਹਨਾਂ ਤੋਂ ਕਰਨ ਕਰਾਉਣ ਵਾਲਾ ਆਪ ਹੀ ਯੋਗ ਪਰਮੇਸ਼ਰ ਹੈ। ਜੋ ਤਿਸ ਕਹੀਏ ਉਸ ਪਰਮੇਸ਼ਰ ਨੂੰ ਭਾਉਂਦਾ ਹੈ, ਸੋਈ ਹੋਗ। ਉਹ ਹੀ ਤਿੰਨਾਂ ਕਾਲਾਂ ਵਿੱਚ ਹੋਗ ਕਹੀਏ ਹੋ ਰਿਹਾ ਹੈ ਅਤੇ ਹੁੰਦਾ ਆਇਆ ਹੈ ਅਤੇ ਹੁੰਦਾ ਰਵੇਗਾ। ਖਿਨ ਮਹਿ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਖਿਨ ਮਹਿ ਕਹੀਏ ਵਿੱਚ ਹੀ ਪਰਮੇਸ਼ਰ ਜਗਤ ਨੂੰ ਪੈਦਾ ਕਰਦਾ ਹੈ ਅਤੇ ਫਿਰ ਸਥਿਤ ਕਰਕੇ ਥਾਪ ਪਾਲਣਾ ਕਰਕੇ ਪੈਦਾ ਹੋਇਆਂ ਨੂੰ ਉਥਾਪਨ ਹਾਰਾ ਪੁੱਟਣ ਵਾਲਾ ਵੀ ਆਪ ਹੈ। ਕਿਉਂਕਿ ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਇੱਕ ਖਿਨ ਘੱਟ ਸ਼ਬਦ ਕਹਿਆਂ 2 ਖਿਨ ਗੁਜ਼ਰ ਜਾਂਦੇ ਹਨ। ਨਿਆਇਕਾ ਦੀ ਮੱਤ ਅਨੁਸਾਰ ਪਿੱਪਲ ਦੇ ਪੱਤੇ ਤਾਈਂ ਸੂਈ ਲੈ ਕੇ ਪੱਤੇ ਖਬੋ ਦਈਏ ਤਾਂ ਇਤਨੇ ਵਿੱਚ 4 ਖਿਨ ਗੁਜ਼ਰ ਜਾਂਦੇ ਆ। ਉਸ ਪਰਮਾਤਮਾ ਦੇ ਪਾਰਾਵਾਰ ਪਾਰ ਉਰਵਾਰ ਦਾ ਕੁਝ ਵੀ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਸਮੁੰਦਰ ਦੇ ਜਲ ਦਾ ਅੰਤ ਨਹੀਂ ਪਾਇਆ ਜਾ ਸਕਦਾ, ਇਸੇ ਪ੍ਰਕਾਰ ਉਸੇ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਉਹ ਪਰਮੇਸ਼ਰ ਆਪਣੀ ਹੁਕਮੇ ਆਗਿਆ ਵਿੱਚ ਸ੍ਰਿਸ਼ਟੀ ਨੂੰ ਧਾਰ ਪੈਦਾ ਕਰਕੇ ਆਪ ਆਧਾਰ ਨਿਰਾਧਾਰ ਆਸਰੇ ਤੋਂ ਬਗੈਰ ਰਹਿਣਾ ਕਰਦਾ। ਭਾਵ ਆਕਾਸ਼ ਆਦਿਕਾਂ ਨੂੰ ਆਪਣੇ ਹੁਕਮ ਵਿੱਚ ਰੱਖਦਾ ਹੈ। ਹੁਕਮ ਦੇ ਆਸਰੇ ਆਕਾਸ਼ ਆਦਿਕ ਸਾਰੇ ਤੱਤ ਰਹਿਣਾ ਕਰਦੇ ਹਨ। ਹੁਕਮੇ ਉਪਜੈ ਹੁਕਮ ਸਮਾਵੈ, ਅਤੇ ਹੁਕਮ ਦੇ ਵਿੱਚ ਹੀ ਸਾਰੀ ਸੂਖਮ ਸ੍ਰਿਸ਼ਟੀ ਪੈਦਾ ਹੋਈ ਅਤੇ ਹੁਕਮ ਵਿੱਚ ਹੀ ਅੰਤ ਨੂੰ ਸਮਾ ਜਾਂਦੀ ਹੈ। ਜਿਸ ਨੂੰ ਹੁਕਮ ਦੁਆਰਾ ਅੰਦਰ ਮੋਹ ਪੈਦਾ ਹੁੰਦਾ ਹੈ, ਉਸ ਵਿੱਚ ਅਗਿਆਨ ਸਮਾ ਜਾਂਦਾ ਹੈ। ਹੁਕਮੇ ਊਚ ਨੀਚ ਵਿਵਹਾਰ,
ਹੁਕਮੇ ਅਨਕ ਰੰਗ ਪ੍ਰਕਾਰ। ਆਗਿਆ ਵਿੱਚ ਹੀ ਊਚ ਸ੍ਰੇਸ਼ਟ ਤੇ ਨੀਚ ਨੀਵੇਂ ਦਾ ਵਿਵਹਾਰ ਵਿਵਹਾਰ ਹੁੰਦਾ ਹੈ। ਹੁਕਮ ਵਿੱਚ ਹੀ ਅਨਕ ਅਨੇਕਾਂ ਪ੍ਰਕਾਰ ਤਰ੍ਹਾਂ ਦੇ ਰੰਗ ਆਨੰਦ ਹਨ। ਜਿਵੇਂ ਰਜੋਗੁਣੀ ਲਾਲ ਹਨ, ਤਮੋਗੁਣੀ ਕਾਲੇ ਹਨ, ਸਤੋਗੁਣੀ ਚਿੱਟੇ ਹਨ। ਭਾਵ ਕੋਈ ਰਾਜਸੀ ਤਾਮਸੀ ਸਾਧਕੀ ਆਦਿ ਸਭ ਹੁਕਮ ਵਿੱਚ ਹੀ ਹਨ। ਭਾਵ ਸਾਰੇ ਪਰਮੇਸ਼ਰ ਦੀ ਆਗਿਆ ਵਿੱਚ ਹਨ, ਕੋਈ ਸੁਤੰਤਰ ਨਹੀਂ ਹੈ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਹਰੀ ਵਾਹਿਗੁਰੂ ਆਪਣੀ ਵਡਿਆਈ ਇੱਛਾ ਅਨੁਸਾਰ ਸ੍ਰਿਸ਼ਟੀ ਨੂੰ ਪੈਦਾ ਕਰਕੇ ਆਪ ਹੀ ਦੇਖਣਾ ਕਰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਵਾਹਿਗੁਰੂ ਸਾਰਿਆਂ ਵਿੱਚ ਸਮਾਈ ਸਮਾ ਰਿਹਾ ਹੈ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾ ਪਾਥਰ ਤਰਾਵੈ। ਪ੍ਰਭੂ ਹਰੀ ਵਾਹਿਗੁਰੂ ਨੂੰ ਭਾਵੇ ਤਾਂ ਮਨੁੱਖ ਜੀਵ ਗਤ ਮੁਕਤੀ ਨੂੰ ਪਾ ਸਕਦਾ ਹੈ। ਜੇ ਪ੍ਰਭ ਹਰੀ ਵਾਹਿਗੁਰੂ ਨੂੰ ਭਾਵੇ ਤਾਂ ਪਾਥਰ ਪੱਥਰਾਂ ਨੂੰ ਤਾਰ ਦਿੰਦਾ ਹੈ। ਇਸੇ ਪ੍ਰਕਾਰ ਪੱਥਰ ਦੀ ਨਿਆਈ ਕਠੋਰ ਚਿੱਤ ਵਾਲਿਆਂ ਨੂੰ ਸੰਸਾਰ ਸਮੁੰਦਰ ਵੀ ਤਾਰ ਦਿੰਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਉਸ ਪ੍ਰਭੂ ਹਰੀ ਵਾਹਿਗੁਰੂ ਨੂੰ ਭਾ ਜਾਵੇ ਤਾਂ ਸਵਾਸਾਂ ਤੋਂ ਬਗੈਰ ਰੱਖ ਸਕਦਾ ਹੈ। ਜਿਵੇਂ ਸਰਾਂਕ ਰਾਜੇ ਨੂੰ, ਇੱਕ ਸਰਾਂਕ ਨਾਮ ਰਾਜਾ ਸੀ ਨਾ, ਜਦੋਂ ਕੈਰੋਂ ਪਾਂਡਵਾਂ ਦਾ ਯੁੱਧ ਹੋਣ ਲੱਗਾ ਤਾਂ ਕ੍ਰਿਸ਼ਨ ਭਗਵਾਨ ਜੀ ਨੇ ਪੁੱਛਿਆ ਕਿ ਤੂੰ ਕਿਸ ਦੇ ਵੱਲ ਹੋਵੇਂਗਾ? ਤਾਂ ਸਰਾਂਕ ਰਾਜਾ ਕਹਿਣ ਲੱਗਾ ਕਿ ਜਿਹੜਾ ਜਿੱਤਣ ਲੱਗੇਗਾ ਮੈਂ ਉਸ ਨੂੰ ਹਰਾ ਕੇ ਆਪ ਰਾਜ ਕਰਾਂਗਾ। ਕ੍ਰਿਸ਼ਨ ਜੀ ਨੇ ਸੋਚਿਆ ਕਿ ਜੇ ਇਸ ਨੇ ਦੁਰਯੋਧਨ ਦੀ ਮਦਦ ਕੀਤੀ ਤਾਂ ਅਧਰਮ ਦਾ ਰਾਜ ਹੋਵੇਗਾ। ਤਾਂ ਕ੍ਰਿਸ਼ਨ ਜੀ ਨੇ ਕਿਹਾ ਕਿ ਰਾਜਨ, ਜਿਹੜੇ ਸੂਰਮੇ ਹੁੰਦੇ ਹਨ ਉਹ ਦਾਨੀ ਵੀ ਹੁੰਦੇ ਹਨ। ਤਾਂ ਰਾਜਾ ਕਹਿਣ ਲੱਗਾ ਕਿ ਮੈਂ ਵੀ ਦਾਨ ਵਿੱਚ ਸਿਰ ਤੱਕ ਦੇ ਸਕਦਾ ਹਾਂ। ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਚੰਗਾ, ਸਾਨੂੰ ਆਪਣੇ ਸਿਰ ਦਾ ਦਾਨ ਦੇਣਾ ਕਰ। ਕਹਿਣ ਲੱਗਾ ਕਿ ਮੈਂ ਤਾਂ ਜੰਗ ਵੇਖਣਾ ਹੈ। ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਤੇਰਾ ਕੱਟਿਆ ਹੋਇਆ ਸਿਰ ਸਾਰੇ ਯੁੱਧ ਨੂੰ ਵੇਖ ਸਕੇਗਾ। ਉਸ ਨੇ ਆਪਣਾ ਸਿਰ ਦਾਨ ਕਰ ਦਿੱਤਾ ਅਤੇ ਕ੍ਰਿਸ਼ਨ ਜੀ ਨੇ ਸਿਰ ਕੱਟ ਕੇ ਜਿੱਥੇ ਯੁੱਧ ਹੁੰਦਾ ਸੀ ਉੱਥੇ ਉੱਚੇ ਬਾਂਸ 'ਤੇ ਟੰਗ ਦਿੱਤਾ। ਇਸ ਪ੍ਰਕਾਰ ਬਿਨਾਂ ਸਾਹਾਂ ਤੋਂ ਜੰਗ ਵੇਖ ਕੇ ਜੈ ਜੈਕਾਰ ਬੋਲੀ ਸੀ। ਇਸੇ ਪ੍ਰਕਾਰ ਸਰਾਂਕ ਰਾਜੇ ਨੂੰ ਬਿਨਾਂ ਸਵਾਸਾਂ ਤੋਂ ਰੱਖ ਲੈਣਾ ਕੀਤਾ ਹੈ। ਪ੍ਰਭ ਭਾਵੈ ਤਾ ਹਰ ਗੁਣ ਭਾਖੈ। ਜੇਕਰ ਹਰੀ ਵਾਹਿਗੁਰੂ ਨੂੰ ਜੀਵ ਦੀ ਕਰਨੀ ਭਾਵੈ ਚੰਗੀ ਲੱਗ ਜਾਵੇ ਤਾਂ ਉਹ ਜੀਵ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਭਾਖੈ ਹੁੰਦਾ ਉਚਾਰਨ ਕਰਦਾ ਹੈ। ਭਾਵ ਸਿਮਰਨ ਕਰਨਾ ਕਰਦਾ ਹੈ। ਪ੍ਰਭ ਭਾਵੈ ਤਾ ਪਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ। ਜੇ ਉਸ ਪ੍ਰਭੂ ਹਰੀ ਵਾਹਿਗੁਰੂ ਨੂੰ ਭਾ ਜਾਵੇ ਤਾਂ ਪਤਿਤ ਪਾਪੀਆਂ ਨੂੰ ਵੀ ਉਧਾਰੈ, ਉਧਾਰ ਭਾਵ ਤਾਰ ਦਿੰਦਾ ਹੈ। ਆਪ ਹੀ ਹਰੀ ਵਾਹਿਗੁਰੂ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਆਪ ਹੀ ਆਪਨ ਵਿਚਾਰੈ, ਵਿਚਾਰ ਅਨੁਸਾਰ ਉਹਨਾਂ ਤੋਂ ਕੰਮਾਂ ਦੇ ਕਰਾਉਣ ਵਾਲਾ ਹੈ। ਆਪਣੇ ਵਿਚਾਰ ਨੂੰ ਆਪ ਹੀ ਕਰਦਾ ਹੈ। ਦੋਹਾ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰਜਾਮੀ। ਦੋਹਾਂ ਸਿਰਿਆਂ ਭਾਵ ਲੋਕਾਂ, ਦੋਨਾਂ ਲੋਕਾਂ ਦਾ, ਪਾਪੀਆਂ ਪੁੰਨੀਆਂ ਦਾ, ਆਸਤਕ ਤੇ ਨਾਸਤਕਾਂ ਦਾ, ਗਿਆਨਵਾਨਾਂ ਦਾ ਤੇ ਅਗਿਆਨੀਆਂ ਦਾ ਆਪ ਹੀ ਸੁਆਮੀ ਮਾਲਕ ਹੈ। ਅੰਤਰਜਾਮੀ ਆਪ ਹੀ ਸੰਸਾਰ ਦੀ ਖੇਲੈ ਕੀ ਖੇਡ ਨੂੰ ਵੇਖ ਕੇ ਬਿਗਸੈ ਪ੍ਰਸੰਨ ਹੁੰਦਾ। ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪ੍ਰੇਰਕ ਪਰਮੇਸ਼ਰ ਭਗਤਾਂ ਨਾਲ ਪ੍ਰੇਮ ਦੀ ਖੇਲੈ ਕੀ ਖੇਡ ਖੇਡਦਾ ਹੈ। ਫਿਰ ਬਿਗਸੈ ਆਨੰਦਿਤ ਹੁੰਦਾ, ਖੁਸ਼ ਹੁੰਦਾ, ਪ੍ਰਸੰਨ ਚਿੱਤ ਹੁੰਦਾ ਕਿ ਮੇਰੇ ਸਰੂਪ ਨੂੰ ਤਤ ਬੇਤਿਆਂ ਨੇ ਜਾਣਿਆ ਹੈ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਜੋ ਪਰਮੇਸ਼ਰ ਨੂੰ ਭਾਉਂਦਾ ਹੈ ਉਹੀ ਕੰਮ ਕਾਰ ਕਰਾਉਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਡੀ ਦ੍ਰਿਸ਼ਟੀ ਨਜ਼ਰ ਵਿੱਚ ਇੱਕ ਪਰਮੇਸ਼ਰ ਹੀ ਹੈ, ਅਵਰ ਹੋਰ ਦੂਸਰਾ ਕੋਈ ਵੀ ਨਹੀਂ ਆਉਂਦਾ। ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਕਹੋ ਆਖਣਾ ਕਰੋ ਕਿ ਵਾਹਿਗੁਰੂ ਤੋਂ ਬਿਨਾਂ ਜੀਵ ਤੋਂ ਕੀ ਹੋ ਆਉਂਦਾ ਹੈ। ਭਾਵ ਕੁਝ ਨਹੀਂ ਹੋ ਸਕਦਾ। ਜਿਹੜਾ ਉਸ ਵਾਹਿਗੁਰੂ ਨੂੰ ਭਾਵੈ ਚੰਗਾ ਲੱਗਦਾ ਹੈ
ਉਹੀ ਕਰਾਵੈ ਕਰਾਉਂਦਾ ਹੈ। ਇਸਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ। ਅਗਰ ਇਸ ਜੀਵ ਦੇ ਹੱਥ ਵਿੱਚ ਕੁਝ ਹੋਵੇ, ਕੁਝ ਪ੍ਰਾਪਤ ਹੋਵੇ ਤਾਂ ਲਵੇ, ਪਰ ਜਿਹੜਾ ਉਸ ਸਰਬ ਕਲਾ ਸਮਰੱਥ ਵਾਹਿਗੁਰੂ ਨੂੰ ਪਾਉਂਦਾ ਹੈ, ਉਹੀ ਕਰੇ ਕਹੀਏ ਕਰਦਾ ਹੈ। ਜੇ ਕਹੀਏ ਕਿ ਇਹ ਜੀਵ ਵਿਸ਼ਿਆਂ ਵਿੱਚ ਕਿਉਂ ਰਚਿਆ ਰਹਿੰਦਾ ਹੈ, ਤਾਂ ਸਤਿਗੁਰੂ ਜੀ ਕਥਨ ਕਰਦੇ ਹਨ, ਅਨਜਾਨਤ ਬਿਖਿਆ ਮਹਿ ਰਚੈ, ਜੇ ਜਾਣਤ ਆਪਨ ਆਪ ਬਚੈ। ਇਹ ਅਣਜਾਣਪੁਣੇ ਕਰਕੇ ਜੀਵ ਵਿਸ਼ਿਆਂ ਵਿੱਚ ਰਚਿਆ ਰਹਿੰਦਾ ਹੈ। ਜੇ ਇਹ ਜੀਵ ਜਾਣਦਾ ਹੋਵੇ ਤਾਂ ਆਪਣੇ ਆਪ ਵਿਸ਼ਿਆਂ ਤੋਂ ਬਚਿਆ ਰਵੇ। ਅਗਿਆਨਤ ਪੁਣੇ ਕਾਰਨ ਵਿਸ਼ਿਆਂ ਵਿੱਚ ਰਚਿਆ ਰਹਿੰਦਾ। ਜੇ ਕੁਝ ਜਾਣਦਾ ਸਮਝਦਾ ਹੋਵੇ ਕਿ ਇਸ ਦਾ ਫਲ ਦੁੱਖ ਹੈ, ਤਾਂ ਆਪਣੇ ਆਪ ਹੀ ਬਚਿਆ ਰਵੇ। ਭਰਮੇ ਭੂਲਾ ਦਹਿ ਦਿਸ ਧਾਵੈ, ਨਿਮਖ ਮਾਹਿ ਚਾਰ ਕੁੰਟ ਫਿਰ ਆਵੈ। ਭਰਮ ਵਿੱਚ ਭੂਲਾ ਕਹੀਏ ਭੁੱਲਿਆ ਆ, ਇਹ ਦਸਾਂ ਦਿਸ਼ਾਵਾਂ ਵਿੱਚ ਦੌੜਦਾ ਫਿਰਦਾ ਹੈ। ਦਸਾਂ ਇੰਦਰੀਆਂ ਤੇ ਵਿਸ਼ਿਆਂ ਦੇ ਪਦਾਰਥਾਂ ਪਿੱਛੇ ਦੌੜਦਾ ਰਹਿੰਦਾ ਹੈ। ਮਨ ਨਿਮਖ ਇੱਕ ਛਿਨ ਵਿੱਚ ਚਾਰੇ ਕੁੰਟ ਚਾਰਾਂ ਦਿਸ਼ਾਵਾਂ ਭਾਵ ਵਿੱਚ ਫਿਰੇ ਫਿਰ ਆਉਂਦਾ ਹੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਕੇ ਜਿਸ ਨੂੰ ਸਤ ਸੰਗਤ ਵਿੱਚ ਮਿਲਾ ਕੇ ਆਪਣੀ ਪ੍ਰੇਮਾ ਭਗਤੀ ਦੀ ਬਖਸ਼ਿਸ਼ ਕਰ ਦਿੰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਖ ਤਾਂ ਨਾਮੀ ਦੇ ਨਾਮ ਕਰਕੇ ਪਰਮੇਸ਼ਰ ਨਾਲ ਮਿਲੇ ਕਹੀਏ ਮਿਲੇ ਭਾਵ ਅਭੇਦ ਹੋ ਜਾਂਦੇ ਹਨ। ਖਿਨ ਮਹਿ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਇੱਕ ਛਿਨ ਵਿੱਚ ਹੀ ਕੀੜੇ ਵੱਤ ਨੀਚ ਨੀਵੇਂ ਮਨੁੱਖ ਨੂੰ ਰਾਜ ਬਖਸ਼ ਦਿੰਦਾ ਹੈ। ਪਰਮੇਸ਼ਰ ਇੱਕ ਖਿਨ ਵਿੱਚ ਨੀਵੇਂ ਤੋਂ ਨੀਵੇਂ ਗਰੀਬ ਨੂੰ ਵੀ ਕਿਰਪਾ ਕਰਕੇ ਬ੍ਰਹਮ ਗਿਆਨ ਬਖਸ਼ ਦਿੰਦਾ ਹੈ। ਉਹ ਪਾਰ ਬ੍ਰਹਮ ਪਰਮੇਸ਼ਰ ਗਰੀਬ ਦੀਨਾਂ ਨੂੰ ਨਿਵਾਜਣ ਵਾਲਾ ਹੈ। ਜਾ ਕਾ ਦ੍ਰਿਸ਼ਟ ਕਛੂ ਨ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਜਿਸ ਦਾ ਪ੍ਰਤਾਪ ਦ੍ਰਿਸ਼ਟ ਨਿਗਾਹ ਵਿੱਚ ਕੁਝ ਵੀ ਨਾ ਆਉਂਦਾ ਹੋਵੇ, ਭਾਵ ਦੁਨੀਆ ਵਿੱਚ ਕੋਈ ਵੀ ਨਾ ਜਾਣਦਾ ਹੋਵੇ, ਉਸ ਨੂੰ ਤਤਕਾਲ ਸ਼ੀਘਰ ਜਲਦੀ ਹੀ ਦਸਾਂ ਦਿਸ਼ਾਵਾਂ ਵਿੱਚ ਪ੍ਰਗਟ ਪ੍ਰਸਿੱਧ ਮਸ਼ਹੂਰ ਕਰ ਦਿੰਦਾ ਹੈ। ਜਾ ਕੋ ਆਪਣੀ ਕਰੈ ਬਖਸ਼ੀਸ, ਤਾਕਾ ਲੇਖਾ ਨ ਗਨੈ ਜਗਦੀਸ। ਜਿਨ੍ਹਾਂ ਨੂੰ ਪਰਮੇਸ਼ਰ ਆਪਣੀ ਪ੍ਰਾਪਤੀ ਕਰਾਉਣ ਵਾਸਤੇ ਗੁਰਾਂ ਦੁਆਰਾ ਨਾਮ ਦੀ ਦਾਤ ਬਖਸ਼ਿਸ਼ ਦਾਤ ਦੇਣਾ ਕਰਦਾ ਹੈ, ਉਹਨਾਂ ਦਾ ਫਿਰ ਜਗਦੀਸ ਪਰਮੇਸ਼ਰ ਲੇਖਾ ਲੈਣ ਦੇਣ ਨਹੀਂ ਗਿਣਦਾ। ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪਰਗਾਸ। ਇਹ ਜੀਵ ਆਤਮਾ ਤੇ ਪਿੰਡ ਸਰੀਰ ਆਦਿ ਸਭ ਉਸ ਪਰਮੇਸ਼ਰ ਦੀ ਹੀ ਰਾਸ ਪੂੰਜੀ ਮਿਲੀ ਹੋਈ ਉਸ ਬ੍ਰਹਮ ਸਰੂਪ ਦਾ ਪ੍ਰਕਾਸ਼ ਘਟਾਂ ਘਟਾਂ ਵਿੱਚ ਪੂਰਨ ਰੂਪ ਕਰਕੇ ਵਿਆਪਕ ਹੋ ਰਿਹਾ। ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬੜਾਈ। ਆਪਣੀ ਰਚਨਾ ਭਾਵ ਸੰਸਾਰ ਦੀ ਬਨਾਵਟ ਵਾਹਿਗੁਰੂ ਨੇ ਆਪ ਹੀ ਬਣਾਉਣਾ ਕੀਤੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਦੀ ਵਡਿਆਈ ਮਹਿਮਾ ਦੇਖ ਕੇ ਜਿਉਂਦੇ ਰਹਾਂ ਭਾਵ ਜੀਵਤ ਹੁੰਦੇ ਹਾਂ। ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਇਸ ਅਲਭਗ ਜੀਵ ਦਾ ਪਰਾ ਲਬਧ ਰੂਪੀ ਬਲ ਤਾਕਤ ਆਪਣੇ ਹੱਥ ਵਿੱਚ ਨਹੀਂ ਹੈ। ਸਾਰੇ ਕਾਰਜਾਂ ਨੂੰ ਕਰਨ ਤੇ ਕਰਾਉਣ ਵਾਲਾ ਸਰਬ ਸਾਰਿਆਂ ਦਾ ਨਾਥ ਸੁਆਮੀ ਪ੍ਰਭੂ ਆਪ ਹੀ ਹੈ। ਆਗਿਆਕਾਰੀ ਬਪਰਾ ਜੀਉ, ਜੋ ਤਿਸ ਭਾਵੈ ਸੋਈ ਫੁਨ ਥੀਉ। ਇਹ ਬਪਰਾ ਵਿਚਾਰਾ ਜੀਵ ਉਸ ਹਰੀ ਵਾਹਿਗੁਰੂ ਦਾ ਆਗਿਆਕਾਰੀ ਕੀ ਇਹ ਹੁਕਮ ਵਿੱਚ ਚੱਲਣ ਵਾਲਾ ਹੈ, ਜਿਵੇਂ ਮਾਇਆ ਆਗਿਆਕਾਰੀ ਹੈ। ਜਿਹੜਾ ਉਸ ਵਾਹਿਗੁਰੂ ਨੂੰ ਪਾਉਂਦਾ ਹੈ, ਫੁਨ ਫੇਰ ਉਹ ਕੁਝ ਹੀ ਥੀਓ ਹੋ ਰਿਹਾ। ਕਬਹੂ ਊਚ ਨੀਚ ਮਹਿ ਬਸੈ,
ਕਬਹੂ ਸੋਗ ਹਰਖ ਰੰਗ ਹਸੈ। ਜੀਵ ਪਰਲਬਧ ਦਾ ਪ੍ਰੇਰਿਆ ਕਬਹੂ ਕਦੇ ਊਚ ਸ੍ਰੇਸ਼ਟ ਪੁਰਖਾਂ ਦੀ ਸੰਗਤ ਵਿੱਚ ਬੱਸੈ ਕਿ ਇਹ ਵਸਦਾ ਹੈ, ਤੇ ਕਦੇ ਨੀਚ ਨੀਵੇਂ ਭਾਵ ਨੀਚ ਪੁਰਖਾਂ ਦੀ ਸੰਗਤ ਵਿੱਚ ਵਸਦਾ ਹੈ। ਜੀਵ ਕਰਮਾਂ ਅਨੁਸਾਰ ਕਦੇ ਉੱਚੀਆਂ ਜੂਨਾਂ ਵਿੱਚ, ਕਦੇ ਨੀਚ ਨੀਵੀਆਂ ਜੂਨਾਂ ਵਿੱਚ ਵਸਦਾ ਹੈ। ਕਬਹੂ ਕਹੀਏ ਕਦੇ ਪਦਾਰਥਾਂ ਦੇ ਵਿਛੜਨੇ ਕਰਕੇ ਸੋਗ ਗਮ ਦੇ ਸਹਿਤ ਹੋ ਕੇ ਰੋਂਦਾ ਕਰਲਾਉਂਦਾ ਚੀਕਾਂ ਮਾਰਦਾ, ਅਤੇ ਕਦੇ ਪਦਾਰਥਾਂ ਦੀ ਹਰਖ ਖੁਸ਼ੀ ਵਿੱਚ ਰੰਗ ਆਨੰਦ ਸਹਿਤ ਨੱਚਦਾ ਹੱਸਦਾ ਟੱਪਦਾ ਅੱਡੀਆਂ ਮਾਰਦਾ ਹੈ। ਕਬਹੂ ਨਿੰਦ ਚਿੰਦ ਬਿਵਹਾਰ, ਕਬਹੂ ਊਬ ਆਕਾਸ ਪਾਇਆਲ। ਕਦੇ ਨਿੰਦ ਨਿੰਦਿਆ, ਚਿੰਦ ਉਸਤਤੀ ਅਤੇ ਵਿਵਹਾਰ ਵਪਾਰ ਕਰਨ ਵਿੱਚ ਲੱਗਿਆ ਰਹਿੰਦਾ। ਕਬਹੂ ਤੋਂ ਭਾਵ ਕਦੇ ਸੰਕਲਪਾਂ ਰਾਹੀਂ ਊਬ ਹੁੰਦਾ ਉੱਚੇ ਆਕਾਸ਼ ਵਿੱਚ, ਤੇ ਕਦੇ ਪਾਇਆਲ ਪਤਾਲ ਵਿੱਚ ਜਾਂਦਾ। ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ। ਕਬਹੂ ਕਹੀਏ ਕਦੇ ਬ੍ਰਹਮ ਵਿਆਪਕ ਪਰਮੇਸ਼ਰ ਦੀ ਵਿਚਾਰ ਬੇਤਾ ਜਾਣਨ ਵਾਲਾ ਬਣ ਜਾਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਐਸਾ ਬਣ ਜਾਵੇ ਤਾਂ ਹਰੀ ਵਾਹਿਗੁਰੂ ਮਿਲਾਵਣ ਹਾਰ, ਮੇਲਣ ਵਾਲਾ ਆਪਣੇ ਨਾਲ ਮੇਲ ਲੈਂਦਾ ਹੈ। ਕਬਹੂ ਨਿਰਤ ਕਰੈ ਬਹੁ ਭਾਤ, ਕਬਹੂ ਸੋਏ ਰਹਿ ਦਿਨ ਰਾਤ। ਕਦੇ ਬਹੁਤ ਭਾਂਤ ਪ੍ਰਕਾਰ ਦੀ ਨਿਰਤਕਾਰੀ ਕਰਦਾ ਹੈ, ਚੇਸ਼ਟਾ ਕਰਦਾ ਹੈ। ਕਬਹੂ ਕਹੀਏ ਕਦੇ ਦਿਨ ਰਾਤ ਆਲਸ ਦਾ ਭਰਿਆ ਹੋਇਆ ਸੁੱਤਾ ਹੀ ਰਹਿੰਦਾ। ਕਬਹੂ ਮਹਾ ਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤ ਰਵਾਲ। ਕਬਹੂ ਕਹੀਏ ਕਦੇ ਬੜਾ ਕ੍ਰੋਧ ਗੁੱਸਾ ਕਰਕੇ ਬਿਕਰਾਲ ਡਰ ਦੇਣ ਵਾਲਾ ਭਾਵ ਭਿਆਨਕ ਰੂਪ ਧਾਰਨ ਕਰਦਾ ਹੈ। ਕਬਹੂ ਕਹੀਏ ਕਦੇ ਇਤਨੀ ਗਰੀਬੀ ਵਿੱਚ ਆ ਜਾਂਦਾ ਕਿ ਸਾਰਿਆਂ ਦੀ ਚਰਨ ਰਵਾਲ ਧੂੜੀ ਬਣ ਜਾਂਦਾ। ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭੇਖਾਰੀ ਨੀਚ ਕਸਾਜਾ। ਕਬਹੂ ਅਤੇ ਕਬਹੂ ਦੋਨਾਂ 'ਚ ਫਰਕ ਹੈ। ਕਈ ਵਾਰੀ ਅਸੀਂ ਕਬਹੂ ਤੇ ਕਬਹੂ ਤੇ ਕਬਹੂ ਇਹਨਾਂ ਨੂੰ ਇੱਕੋ ਤਰ੍ਹਾਂ ਪੜ੍ਹ ਜਾਂਦੇ ਹਾਂ। ਸੋ ਜਿੱਥੇ ਤਾਂ ਕੱਕਾ ਬੱਬਾ ਹਾਹੇ ਨੂੰ ਦੁਲੈਂਕੜ ਹੈ, ਉੱਥੇ ਇਕੱਲਾ ਨੱਕ ਵਿੱਚ ਨਹੀਂ ਬੋਲਣਾ, ਉੱਥੇ ਕਬਹੂ। ਜਿਵੇਂ ਹੂ ਤੇ ਹੂੰ ਦੋਨਾਂ 'ਚ ਫਰਕ ਹੈ, ਇਸ ਤਰ੍ਹਾਂ ਖਿਆਲ ਰੱਖਣਾ ਹੈ ਪਾਠਾਂ ਦਾ। ਕਬਹੂ ਹੋਏ ਬਹਿ ਬੜ ਰਾਜਾ, ਅੱਗੇ ਹੈ ਕਬਹੂ, ਕੱਕਾ ਬੱਬਾ ਹਾਹੇ ਨੂੰ ਔਂਕੜ ਹੈ, ਨਾ ਤਾਂ ਦੁਲੈਂਕੜ ਹੈ ਤੇ ਨਾ ਟਿੱਪੀ ਹੈ। ਇਸ ਨੂੰ ਬੜੇ ਧਿਆਨ ਨਾਲ ਕਬਹੂ, ਕਬਹੂ ਭੇਖਾਰੀ ਨੀਚ ਕਾ ਸਾਜਾ। ਕਹਿੰਦੇ ਕਦੇ ਤਾਂ ਵੱਡਾ ਰਾਜਾ ਬਾਦਸ਼ਾਹ ਹੋ ਕੇ ਤਖਤ ਬੈਠ ਜਾਂਦਾ ਹੈ, ਕਬਹੂ ਕਦੇ ਭੇਖਾਰੀ ਮੰਗਤਾ ਬਣ ਕੇ ਨੀਚਾਂ ਦਾ ਵੀ ਸਾਜਾ ਸਾਂਗ ਬਣਾ ਲੈਂਦਾ ਹੈ। ਕਬਹੂ ਆਪ ਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ। ਕਬਹੂ ਕਹੀਏ ਕਦੇ ਜਸ ਤੋਂ ਅਪਕੀਰਤ ਅਬਜਸ ਕਰਾਉਣ ਵਿੱਚ ਆ ਜਾਂਦਾ, ਤੇ ਕਬਹੂ ਕਹੀਏ ਕਦੇ ਪੁੰਨੀ ਪੁਰਖਾਂ ਦੀ ਸੰਗਤ ਕਰਕੇ ਆਪਣੇ ਆਪ ਨੂੰ ਭਲਾ ਭਲਾ ਚੰਗਾ ਚੰਗਾ ਕਹਾਉਂਦਾ। ਜਿਉ ਪ੍ਰਭ ਰਾਖੈ ਤਿਵਹੀ ਰਹੈ, ਗੁਰ ਪ੍ਰਸਾਦ ਨਾਨਕ ਸੱਚ ਕਹੈ। ਜਿਵੇਂ ਪ੍ਰਭੂ ਹਰੀ ਵਾਹਿਗੁਰੂ ਰੱਖਦਾ ਹੈ, ਉਸੇ ਤਰ੍ਹਾਂ ਹੀ ਰਹਿਣਾ ਕਰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਗੁਰਪ੍ਰਸਾਦ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਕਰਕੇ ਸੱਚੇ ਬਚਨ ਕਹਿੰਦੇ ਹਾਂ। ਜਿਸ ਉੱਤੇ ਗੁਰਾਂ ਦੀ ਪ੍ਰਸਾਦ ਕਿਰਪਾ ਹੁੰਦੀ ਹੈ, ਉਹ ਸੱਚੇ ਨਾਮ ਨੂੰ ਕਹਿੰਦਾ ਹੈ। ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ। ਕਬਹੂ ਕਦੇ ਪੰਡਤ ਵਿਦਵਾਨ ਹੋ ਕੇ ਵਿਚਾਰਾਂ ਦਾ ਬਖਿਆਨ ਕਥਨ ਕਰਦਾ ਹੈ। ਕਬਹੂ ਕਹੀਏ ਕਦੇ ਜੀਵ ਮੋਨ ਧਾਰੀ ਮੋਨੀ ਬਣ ਕੇ ਚੁੱਪ ਕਰ ਜਾਂਦਾ, ਧਿਆਨ ਲਾਉਂਦਾ ਹੈ। ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ। ਕਬਹੂ ਕਹੀਏ ਕਦੇ ਤੀਰਥਾਂ ਦੇ ਤਟ ਕਿਨਾਰਿਆਂ 'ਤੇ ਜਾ ਕੇ ਇਸ਼ਨਾਨ ਕਰਦਾ ਰਹਿੰਦਾ। ਕਬਹੂ ਕਦੇ ਸਿੱਧਾਂ ਦੀ ਸੰਗਤ ਕਰਕੇ ਰਿੱਧੀਆਂ ਸਿੱਧੀਆਂ ਵਾਲਾ ਤੇ ਕਦੇ ਸਾਧਕ ਸਾਧਨਾ ਕਰਨ ਵਾਲਾ ਕਹਾਉਂਦਾ ਹੈ, ਅਤੇ ਕਦੇ ਮੁੱਖ ਮੂੰਹ ਵਿੱਚੋਂ ਗਿਆਨ ਦੀਆਂ ਗੱਲਾਂ ਕਰਦਾ ਹੈ। ਸਿੱਧ ਸਾਧਕ ਹੋ ਕੇ ਮੂੰਹ ਤੋਂ ਗਿਆਨ ਕਥਨ ਕਰਦਾ ਹੈ।
ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਪਰਮੀਆ। ਕਦੇ ਜੀਵ ਕੀਟ ਕੀੜੇ ਹਸਤ ਹਾਥੀ ਅਤੇ ਪਤੰਗ ਪਰਵਾਨਿਆਂ ਦੀਵਿਆਂ ਦੀ ਸੜਨ ਵਾਲੇ ਪਤੰਗੇ ਆਦਿ ਹੋ ਕੇ ਜੂਨਾਂ ਨੂੰ ਪ੍ਰਾਪਤ ਹੋ ਜਾਂਦਾ। ਕਦੇ ਅਨਕ ਅਨੇਕਾਂ ਜੂਨਾਂ ਵਿੱਚ ਭਰਮੀਆ ਭਰਮ ਦਾ ਗਰਸਿਆ ਹੋਇਆ ਭਰਮਦਾ ਫਿਰਦਾ। ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਨਾਨਾ ਰੂਪ ਜਿਉ ਸੁਆਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ। ਜਿਵੇਂ ਸੁਆਂਗੀ ਸੁਆਂਗ ਧਾਰਨ ਵਾਲੇ ਨਕਲੀਏ ਤਰ੍ਹਾਂ ਤਰ੍ਹਾਂ ਦੇ ਲਿਬਾਸ ਪਾ ਕੇ ਦਿਖਾਉਂਦੇ ਹਨ, ਇਉਂ ਨਾਨਾ ਕਹੀਏ, ਇਹਨੂੰ ਨਾਨਾ ਨਹੀਂ ਬੋਲਣਾ, ਇਹਨੂੰ ਨਾਨਾ ਭਾਵ ਬਹੁਤ ਤਰ੍ਹਾਂ ਦੇ ਅਨੇਕਾਂ ਪ੍ਰਕਾਰ ਦੇ ਰੂਪ ਸਰੂਪ ਧਾਰਨ ਕਰਦਾ ਹੈ। ਜਿਵੇਂ ਪ੍ਰਭੂ ਵਾਹਿਗੁਰੂ ਨੂੰ ਭਾਉਂਦਾ ਹੈ, ਉਸੇ ਪ੍ਰਕਾਰ ਜੀਵਾਂ ਨੂੰ ਮਾਇਆ ਕਰਕੇ ਨਚਾਵੈ ਕਹੀਏ, ਨਚਾਉਂਦਾ ਹੈ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਇ। ਜਿਹੜਾ ਕੁਝ ਉਸ ਪ੍ਰਭੂ ਨੂੰ ਭਾਉਂਦਾ ਹੈ, ਉਹੀ ਕੁਝ ਹੁੰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਦੂਸਰਾ ਨਹੀਂ ਹੈ। ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨ ਆਵੈ। ਕਦੇ ਇਹ ਜੀਵ ਪੁੰਨਾਂ ਦਾ ਪ੍ਰੇਰਿਆ ਸਾਧ ਸੰਗਤ ਨੂੰ ਪਾਉਣਾ ਕਰਦਾ ਹੈ, ਕਦੇ ਸਾਧ ਸਾਧੇ ਹੋਏ ਮਨ ਵਾਲੇ ਪੁਰਸ਼ਾਂ ਦੀ ਸੰਗਤ ਨੂੰ ਪਾਉਣਾ ਕਰਦਾ ਹੈ। ਫਿਰ ਉਹ ਸਤ ਸੰਗਤ ਦੁਆਰਾ ਉਸ ਤੁਰਿਆ ਪਦ ਰੂਪੀ ਸ੍ਰੇਸ਼ਟ ਅਸਥਾਨ ਤੇ ਬਹੁਰ ਮੁੜ ਕੇ ਜੂਨੀਆਂ ਵਿੱਚ ਨਹੀਂ ਆਉਂਦਾ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ। ਉਹਨਾਂ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਗਾਸ ਚਾਨਣਾ ਭਾਵ ਪ੍ਰਕਾਸ਼ ਹੋ ਜਾਂਦਾ। ਉਸ ਅਸਥਾਨ ਦਾ ਕਦੇ ਵੀ ਬਿਨਾਸ ਨਾਸ ਭਾਵ ਵਿਸ਼ੇਸ਼ ਕਰਕੇ ਨਾਸ ਨਹੀਂ ਹੁੰਦਾ। ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ। ਜੋ ਜੀਵ ਅੰਤਸ਼ਕਰਨ ਤਨ ਸਰੀਰ ਅਤੇ ਬਾਣੀ ਕਰਕੇ ਇੱਕ ਨਾਮੀ ਪਰਮੇਸ਼ਰ ਦੇ ਰੰਗ ਆਨੰਦ ਵਿੱਚ ਰਤੇ ਰੰਗੇ ਗਏ ਤਦਾਕਾਰ ਹੋਏ ਹਨ, ਉਹ ਪਾਰ ਬ੍ਰਹਮ ਪਰਮਾਤਮਾ ਦੇ ਸੰਗ ਕਹੀਏ ਨਾਲ ਅਭੇਦੋ ਹਮੇਸ਼ਾ ਉਸ ਦੇ ਸਰੂਪ ਵਿੱਚ ਵਸਦੇ ਹਨ। ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਜਿਵੇਂ ਸਮੁੰਦਰ ਦੇ ਜਲ ਪਾਣੀ ਮਹਿ ਵਿੱਚ ਨਦੀਆਂ ਦਾ ਜਲ ਪਾਣੀ ਆ ਕੇ ਖਟਾਨਾ ਮਿਲ ਜਾਂਦਾ ਹੈ, ਤਿਉਂ ਤਿਵੇਂ ਜੋਤੀ ਚੇਤਨ ਸਰੂਪ ਪਰਮੇਸ਼ਰ ਨਾਲ ਜੀਵ ਦੀ ਪ੍ਰਤੱਖ ਜੋਤ ਸਮਾਨਾ ਸਮਾ ਜਾਂਦੀ ਹੈ। ਜੋਤ ਸਵੈ ਸਰੂਪ ਦੀ ਲਖਤਾ ਕਰਕੇ ਸਮਾਨਾ ਅਭੇਦ ਹੋ ਜਾਂਦਾ ਹੈ। ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਨਾਲ ਜੋਤ ਰੂਪ ਹੋ ਕੇ ਸਮਾ ਜਾਂਦਾ ਹੈ। ਪਾਤਸ਼ਾਹ ਦਾ ਪਾਵਨ ਵਾਕ ਹੈ ਬਿਲਾਵਲ ਰਾਗ ਵਿੱਚ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਅੱਗੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਧਨਾਸਰੀ ਰਾਗ ਵਿੱਚ ਪਾਵਨ ਅੰਗ 692 ਤੇ ਕਿਰਪਾ ਕਰਦੇ ਹਨ। ਜਿਉਂ ਜਲ ਮਹਿ ਪੈਸ ਨਾ ਨਿਕਸੈ, ਤਿਉਂ ਢੁਰ ਮਿਲਿਓ ਜੁਲਾਹੋ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਉਸ ਦੇ 84 ਲੱਖ ਜੂਨ ਵਿੱਚ ਆਉਣ ਜਾਣ ਦੇ ਗਵਨ ਚੱਕਰ ਮਿਟ ਗਏ ਹਨ ਅਤੇ ਪਰਮੇਸ਼ਰ ਦੇ ਸਰੂਪ ਵਿੱਚ ਵਿਸਰਾਮ ਸਥਿਤੀ ਪਾ ਲਈ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਵਾਹਿਗੁਰੂ ਤੋਂ ਮਨ ਬਾਣੀ ਸਰੀਰ ਕਰਕੇ ਸਦਾ ਹਮੇਸ਼ਾ ਕੁਰਬਾਨ ਬਲਿਹਾਰ ਜਾਈਏ। ਇੱਥੋਂ ਤੱਕ 11ਵੀਂ ਅਸ਼ਟਪਦੀ ਸੰਪੂਰਨ ਹੋਈ ਹੈ। ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ 11ਵੀਂ ਅਸ਼ਟਪਦੀ ਦੇ ਵਿੱਚ ਅੱਖਰ ਜੋ ਆਏ ਹਨ ਉਹ 969 ਆਏ ਹਨ। ਪੈਰ ਵਾਲੇ ਰਾਰੇ ਜੋ 20 ਹਨ, ਅੱਧੇ ਅੱਖਰ 2 ਆਏ ਹਨ। ਸੋ ਇਸ 11ਵੀਂ ਅਸ਼ਟਪਦੀ ਦੇ ਕੁੱਲ ਜੋ ਅੱਖਰ ਉਹ 991 ਹਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।